ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਤਨਾਸਰੀ ਮਹਲਾ ਨੌਵਾਂ। ਅਬ ਮੈਂ ਕੌਨ ਉਪਾਉ ਕਰੂੰ, ਜਹ ਬਿਦ ਮਨ ਕੋ ਸੰਸਾ ਚੁਕੈ। ਪਉ ਨਿਦ ਪਾਰ ਪਰੋਂ ਰਹਾਉ, ਜਨਮ ਪਾਏ ਕਛ ਪਲੋ ਨ ਕੀਨੋ। ਤਾਤੇ ਅਧਿਕ ਡਰੋਂ, ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ। यह जी सोच तरों, गुरमत सुन कछ ज्ञान न उपजियो। पस ज्यों उदर परों, कहु नानक प्रभ बिरद पछनो। तब ही पतित तरों, गुरमत सुन कछ ज्ञान न उपजियो। पस ज्यों उदर परों, कहु नानक प्रभ बिरद पछनो। तब ही पतित तरों। वाहिगुरु जी का खालसा, वाहिगुरु जी की फतेह। चवर छत्र तख्त दे मालक वालिए कुल आलम धन धन साहिब श्री गुरु ग्रंथ साहिब जी महाराज, जिन्हां दी पावन पवित्र ते निगी गोद अंदर आप समूह हादरीन संध्या दे दीवाना अंदर जुड़ बैठे हो। गुरु चरणा विच चल रही लड़ीवार विचार पावन पवित्र बाणी तन तन गुरु तेग बहादुर पातशाह जी के मुखारवंत तो प्रगट किया होया धनासरी राग का ये चौथा शब्द है, जो आप जी ने मंगलाचरण के रूप के श्रवण किया। आओ गुरु प्यारी साध संगत जी, कुछ समय वास्ते मन बिरतियाँ एकाग्र करके गुरु चरणों में अपनी हाजरी लवाइए। रसना पवित्र करो जी। वाहिगुरु जी का खालसा, वाहिगुरु जी की फतेह। अज दे इस पावन पवित्र शब्द के अंदर मेरे सतगुरु पातशाह जी जो उपदेश मनुखता नूं बख्शिश करते ने, विचारां दी आरंभता जिहड़ी है वो रहाउ दे बंध तो जिहड़ी है वो आरंभ होवेगी। गुरदेव सतगुरु रहाउ दे पदे अंदर बहुत सुंदर फरमान करते ने। पातशाह जी बचन करते, अब मैं कौन उपाउ करूं, जिह बिद मन को संसा चुकै। पाउ निद पार परों रहाउ। इत्थे सतगुरु पातशाह जी ने मैं शब्द की वरतों की है। अब मैं कौन उपाउ करूं, भी हुण मैं किहड़ा यतन करा, किस हीले नूं वरतां। इत्थे मैं शब्द की वरतों किसी एक व्यक्ति वास्ते परसनली तौर पर नहीं की गई। मैं दा आखिरी अर्थ जिहड़ा है वो मेरे करके होवेगा। इत्थे ये पैगाम सतगुरु पातशाह जी का सारी मनुखता दे वास्ते है। पर सियाणे लोग कहते भी किसी नूं समझाउण तो पहलां वो गल अपने आप ते ढुका के करनी पैंदी है। जदों घर दे विच कोई किसी कारज वास्ते किसी नूं समझाउणा होवे ना, कहंदे भी समझाउणा होवे नौ नूं ते उस वेले आखीदा है धी नूं। धी नूं गल कहीदी है ते नौ नूं समझा दईदी है। इस करके सतगुरु पातशाह जी इत्थे जो उपदेश बख्शिश करते हैं, गल अपनी कर रहे हैं पर समझाउण दा यतन सानू कर रहे हैं। भी हुण वो किहड़ा यतन कीता जावे, किहड़ा हीला वरतिया जावे जिस दे नाल साडा पार उतारा हो सके, बंद खलासी हो सके। हुण मैं किहड़ा इदां दा उपाव करां, जिह बिद जिस तरीके नाल मन को संसा चुकै पाउन दपार परों। मन का जिहड़ा सहसा जिहड़ा सहम है, जिहड़ी भटकना ना मन की,
ਉਹ ਖਤਮ ਹੋ ਜਾਵੇ ਤੇ ਭਉ ਨਿਧ ਭਵ ਸਾਗਰ ਦੇ ਵਿੱਚੋਂ ਮੈਂ ਪਾਰ ਉਤਾਰਾ ਹੋ ਸਕੇ, ਮੈਂ ਪਾਰ ਹੋ ਜਾਵਾਂ। ਹੁਣ ਸਤਿਗੁਰ ਪਾਤਸ਼ਾਹ ਜੀ ਇੱਥੇ ਸੰਸਾਰ ਦੀ ਗੱਲ ਕਰਦੇ ਨੇ ਵੀ ਸੰਸਾਰ ਇੱਕ ਭਵ ਸਾਗਰ ਹੈ, ਜਿਹਨੂੰ ਸਮੁੰਦਰ ਵੀ ਕਹਿ ਦਿੰਦੇ ਨੇ, ਵਿਕਾਰਾਂ ਦਾ ਸਮੁੰਦਰ। ਸਿੱਧਾਂ ਨੇ ਜਿਸ ਵੇਲੇ ਗੁਰੂ ਪਾਤਸ਼ਾਹ ਜੀ ਨਾਲ ਚਰਚਾ ਕੀਤੀ ਤੇ ਉੱਥੇ ਉਹਨਾਂ ਨੇ ਗੱਲ ਕੀਤੀ ਦੁੱਤਰ ਸਾਗਰ। ਤਰ ਦਾ ਆਖਰੀ ਅਰਥ ਹੁੰਦਾ ਜਿਹਦੇ ਵਿੱਚੋਂ ਤਰਿਆ ਜਾ ਸਕੇ, ਪਾਰ ਉਤਾਰਾ ਹੋ ਸਕੇ। ਦੁੱਤਰ ਸ਼ਬਦ ਵਰਤਿਆ ਵੀ ਜਿਹਦੇ ਵਿੱਚੋਂ ਮਨੁੱਖ ਤਰ ਨਹੀਂ ਸਕਦਾ, ਮਨੁੱਖ ਉਹਦੇ ਵਿੱਚੋਂ ਤਰ ਕੇ ਪਾਰ ਨਹੀਂ ਲੰਘ ਸਕਦਾ। ਜਦੋਂ ਪਾਰ ਨਹੀਂ ਲੰਘ ਸਕਦਾ ਤੇ ਫਿਰ ਕੀ ਹੋਵੇਗਾ, ਉਹਦੇ ਵਿੱਚ ਗਰਕ ਜਾਵੇਗਾ। ਇਹ ਸੰਸਾਰ ਜਿਹੜਾ ਮਾਇਆ ਦੇ ਨਾਲ ਭਰਿਆ ਹੋਇਆ, ਇਹਦੇ ਵਿੱਚ ਵਿਕਾਰਾਂ ਦਾ ਜਿਹੜਾ ਵਜ਼ਨ ਹੈ ਨਾ, ਉਹ ਮਨੁੱਖ ਦੇ ਉੱਤੇ ਟਿਕਿਆ ਹੋਇਆ। ਵਿਕਾਰਾਂ ਦੀ ਪੰਡ ਆਪਣੇ ਸਿਰ ਦੇ ਉੱਤੇ ਚੱਕੀ ਫਿਰਦਾ, ਜਿਹਦੇ ਕਰਕੇ ਇਹਦੇ 'ਚੋਂ ਪਾਰ ਹੋਣਾ ਅਸੰਭਵ ਹੈ। ਇਸ ਕਰਕੇ ਸੰਸਾਰ ਜਿਹੜਾ ਹੈ ਸਮੁੰਦਰ ਦੀ ਤਰ੍ਹਾਂ ਹੈ, ਜਿਹਨੂੰ ਗੁਰਦੇਵ ਸਤਿਗੁਰੂ ਬੜਾ ਸੁੰਦਰ ਭਗਤ ਬਾਣੀ ਵਿੱਚ ਬਚਨ ਕਰਦੇ, ਕਹਿੰਦੇ ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਪ੍ਰਭੂ ਬਿਠਲਾ। ਉਸ ਪ੍ਰਭੂ ਬਿਠਲ ਦੇ ਅੱਗੇ ਬੇਨਤੀ ਕਰਦੇ ਨੇ, ਤਾਰ ਲੈ ਪ੍ਰਭ ਬਿਠਲਾ। ਹੇ ਬਿਠਲ, ਸਾਰੇ ਸੰਸਾਰ ਦੇ ਵਿੱਚ ਰਮੇ ਹੋਏ ਮੈਨੂੰ ਇਸ ਸੰਸਾਰ ਦੇ ਵਿੱਚੋਂ ਤਾਰ ਲਾ, ਤੂੰ ਮੇਰਾ ਪਾਰ ਉਤਾਰਾ ਕਰ ਦੇ। ਤੇ ਜਿਸ ਵੇਲੇ ਅਸੀਂ ਸਵਈਏ ਪੜ੍ਹਦੇ ਸਤਿਗੁਰੂ ਪਾਤਸ਼ਾਹ ਉੱਥੇ ਵੀ ਬਚਨ ਕਰਦੇ ਨੇ, ਕਹਿੰਦੇ ਗੁਰ ਜਹਾਜ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। ਕਹਿੰਦੇ ਸੰਸਾਰ ਸਮੁੰਦਰ ਦੀ ਤਰ੍ਹਾਂ ਹੈ, ਸੰਸਾਰ ਸਮੁੰਦੇ ਤੇ ਮੈਨੂੰ ਇਹਦੇ ਵਿੱਚੋਂ ਕੌਣ ਤਾਰ ਸਕਦਾ ਹੈ। ਹੁਣ ਸਾਧ ਸੰਗਤ ਜੀ, ਸਮੁੰਦਰ ਵਿੱਚੋਂ ਪਾਰ ਉਤਾਰਾ ਕਰਨ ਵਾਸਤੇ ਕਿਸੇ ਕਿਸ਼ਤੀ, ਕਿਸੇ ਬੇੜੀ ਦੇ ਉੱਪਰ ਚੜ੍ਹਨਾ ਪੈਂਦਾ, ਕਿਸੇ ਜਹਾਜ਼ ਦੇ ਉੱਪਰ ਚੜ੍ਹਨਾ ਪੈਂਦਾ ਹੈ। ਕੋਈ ਚੰਗਾ ਮਲਾਹ ਹੋਵੇ, ਉਹ ਪਾਰ ਉਤਾਰਾ ਕਰਦਾ ਹੈ। ਇਸ ਸੰਸਾਰ ਦੇ ਵਿੱਚ ਸਾਨੂੰ ਚੰਗਾ ਕੋਈ ਮਲਾਹ ਕਿੱਥੋਂ ਮਿਲ ਸਕਦਾ ਹੈ ਜਿਹੜਾ ਸਾਨੂੰ ਪਾਰ ਲਿਜਾ ਸਕੇ। ਤੇ ਪਾਤਸ਼ਾਹ ਕਹਿੰਦੇ ਇਸ ਸੰਸਾਰ ਦੇ ਵਿੱਚ ਗੁਰੂ ਹੀ ਜਹਾਜ਼ ਹੈ, ਸ਼ਬਦ ਰੂਪੀ ਜਹਾਜ਼, ਜਿਹਨੂੰ ਅਕਸਰ ਜਿਹੜਾ ਹੈ ਸਾਡੇ ਸਿੱਖ ਧਰਮ ਦੇ ਵਿੱਚ ਕਈ ਵਾਰ ਇਹ ਸਲੋਗਨ ਵੀ ਦਿੱਤਾ ਜਾਂਦਾ ਹੈ, ਨਾਨਕ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਵੀ ਪਰਮਾਤਮਾ ਦਾ ਨਾਮ ਕੀ ਹੈ, ਸਾਡੇ ਵਾਸਤੇ ਜਹਾਜ਼ ਹੈ, ਜਿਹੜੇ ਇਹਦੇ ਲੜ ਲੱਗ ਜਾਣਗੇ ਉਹ ਤਰ ਜਾਣਗੇ। ਤੇ ਪਾਤਸ਼ਾਹ ਕਹਿੰਦੇ ਗੁਰ ਜਹਾਜ਼ ਖੇਵਟ ਗੁਰੂ, ਗੁਰੂ ਹੀ ਸਾਡੇ ਵਾਸਤੇ ਜਹਾਜ਼ ਹੈ ਤੇ ਮਲਾਹ ਵੀ ਗੁਰੂ ਹੈ। ਗੁਰੂ ਤੋਂ ਬਗੈਰ ਸੰਸਾਰ ਦੇ ਵਿੱਚ ਕੋਈ ਤਰ ਨਹੀਂ ਸਕਦਾ, ਕਿਸੇ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਗੁਰੂ ਹੀ ਸਾਨੂੰ ਪਾਰ ਲਿਜਾ ਸਕਦਾ ਹੈ, ਸਾਨੂੰ ਮੁਕਤੀ ਦੇ ਮਾਰਗ ਤੱਕ ਪਹੁੰਚਾ ਸਕਦਾ ਹੈ, ਸਾਨੂੰ ਮੁਕਤ ਕਰਾ ਸਕਦਾ ਹੈ, ਅਸੀਂ ਉਹਦੇ ਵਿੱਚ ਅਭੇਦ ਹੋ ਸਕਦੇ ਹਾਂ। ਤੇ ਗੁਰੂ ਕਿੱਥੋਂ ਪ੍ਰਾਪਤ ਹੁੰਦਾ? ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। ਗੁਰੂ ਦੀ ਬਖਸ਼ਿਸ਼, ਉਹਦਾ ਪ੍ਰਸਾਦ ਸਾਨੂੰ ਪ੍ਰਾਪਤ ਹੋਵੇ ਤੇ ਅਸੀਂ ਫਿਰ ਮੁਕਤ ਹੋ ਸਕਦੇ ਹਾਂ। ਉਸ ਤੋਂ ਬਗੈਰ ਜਿਹੜਾ ਹੈ ਮੁਕਤ ਹੋਣਾ ਅਸੰਭਵ ਹੈ। ਹੁਣ ਮਾਫ਼ ਕਰਨਾ ਸਾਧ ਸੰਗਤ ਜੀ, ਗੁਰਦੇਵ ਸਤਿਗੁਰੂ ਇੱਥੇ ਇਸੇ ਸ਼ਬਦ ਦੇ ਅੰਦਰ ਸਾਨੂੰ ਜਿਹੜੀ ਜੁਗਤ ਸਾਨੂੰ ਦੱਸ ਰਹੇ ਨੇ ਨਾ, ਵੀ ਇਹ ਸੰਸਾ ਕਿੱਦਾਂ ਸਾਡਾ ਚੁੱਕਿਆ ਜਾ ਸਕਦਾ ਹੈ, ਜਿਹੜੀ ਭਟਕਣਾ ਹੈ ਉਹ ਕਿੱਦਾਂ ਖਤਮ ਹੋ ਸਕਦੀ ਹੈ। ਤੇ ਪਾਤਸ਼ਾਹ ਕਹਿੰਦੇ ਨੇ ਕਿਸ ਤਰ੍ਹਾਂ ਸਾਨੂੰ ਮਾਰਗ ਮਿਲੇਗਾ, ਰਸਤਾ ਮਿਲੇਗਾ, ਜਿੱਥੋਂ ਅਸੀਂ ਇਸ ਸਮੁੰਦਰ ਦੇ ਵਿੱਚੋਂ ਪਾਰ ਹੋਵਾਂਗੇ। ਤੇ ਮਾਫ਼ ਕਰਨਾ ਸਾਧ ਸੰਗਤ ਜੀ, ਸੰਸਾਰ ਕਿਸ ਤਰ੍ਹਾਂ ਦਾ ਹੈ? ਤੇ ਪਾਤਸ਼ਾਹ ਕਹਿੰਦੇ ਇਹ ਸੰਸਾਰ ਵਿਕਾਰ ਸੰਸੇਮੈ, ਤਰਿਓ ਬ੍ਰਹਮ ਗਿਆਨੀ। ਇਹ ਸੰਸਾਰ ਵਿਕਾਰ ਸੰਸੇਮੈ, ਤਰਿਓ ਬ੍ਰਹਮ ਗਿਆਨੀ। ਇਹ ਸੰਸਾਰ ਜਿਹੜਾ ਨਾ ਵਿਕਾਰਾਂ ਦਾ ਭਰਿਆ ਹੋਇਆ ਤੇ ਸੰਸੇ ਦੇ ਵਿੱਚ, ਭਟਕਣਾ ਦੇ ਵਿੱਚ, ਤੋਕਲਾਹਟ ਦੇ ਵਿੱਚ ਲੋਕੀ ਫਿਰਦੇ ਨੇ। ਤੇ ਇੱਥੋਂ ਪਾਰ ਉਤਾਰਾ ਕਿੱਦਾਂ ਹੋਵੇਗਾ? ਜਿਹੜੇ ਬ੍ਰਹਮ ਗਿਆਨੀ ਨੇ। ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪੀਆਵੈ ਇਹ ਰਸ, ਅਕਥ ਕਥਾ ਤਿਨ ਜਾਨੀ। ਜਾਂ ਕੋ ਆਏ ਸੋਈ ਵਿਹਾਜੋਂ, ਹਰ ਗੁਰ ਤੈ ਮਨੇ ਵਸੇਰਾ। ਨਿਜ ਕਰ ਮਹਿਲ ਪਾਉ ਸੁਖ ਸਹਜੇ, ਬਹੁਰ ਨਾ ਹੋਏ ਗੋ ਫੇਰਾ।
निज कर महल पाओ सुख सहजे। जेकर निज कर महल प्राप्त हो जाए, परमात्मा अंदर वस जाए, तो बाहर ना होए गो फेरा। तो ਉਹਦੇ ਅੱਗੇ अरदास बेनती है, अंतरजामी पुरख विदाते शरदा मन की पूरै। नानक दास यह सुख मांगै, मुख कर संतन की तूरै। सतगुरु पातशाह ये बेनती है, मैनू अपने चरणां दी धूड़ बख्शिश कर दिओ। ते साध संगत जी, ਜਿਹੜਾ ਸੰਸਾਰ ਸੀ ਨਾ, ਉਹ ਸੰਸਾਰ ਦੇ ਵਿੱਚੋਂ ਕਿੱਦਾਂ ਸਾਡਾ ਖਤਮ ਹੋ ਸਕਦਾ ਹੈ, ਇਹ ਸਤਿਗੁਰੂ ਪਾਤਸ਼ਾਹ ਇਹ ਜੁਗਤ ਦੱਸ ਦਿੰਦੇ। ਜਿੱਥੇ ਪਾਤਸ਼ਾਹ ਕਹਿੰਦੇ, ਗੁਰੂ ਰਾਮਦਾਸ ਪਾਤਸ਼ਾਹ ਬਚਨ ਕਰਦੇ, ਕਹਿੰਦੇ ਕਾਮ ਕ੍ਰੋਧ ਨਗਰ ਬੋ ਭਰਿਆ। ਕਹਿੰਦੇ ਕਾਮ ਕ੍ਰੋਧ ਦੇ ਨਾਲ ਇੱਕ ਨਗਰ, ਇੱਕ ਬਸਤੀ ਜਿਹੜੀ ਨਾ ਭਰੀ ਪਈ ਹੈ। ਕਿਹੜੀ ਗੱਲ ਕਰਦੇ? ਇਸ ਸਰੀਰ ਦੀ ਗੱਲ ਕਰਦੇ। ਕਹਿੰਦੇ ਨਗਰ ਭਰਿਆ ਪਿਆ ਹੈ। ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੱਡਾ ਹੈ। ਸਾਧ ਜਨਾਂ ਦਾ ਸੰਗ ਕਰ, ਸਾਧੂਆਂ ਦੀ ਸੰਗਤ ਕਰ, ਸੰਗਤ ਵਿੱਚ ਜਾ ਕੇ ਬੈਠ, ਫਿਰ ਇਹ ਖੰਡਿਤ ਹੋ ਜਾਵੇਗਾ, ਇਹ ਖਤਮ ਹੋ ਜਾਵੇਗਾ। ਇਹ ਤੋਂ ਫਿਰ ਤੇਰਾ ਛੁਟਕਾਰਾ ਹੋ ਸਕਦਾ ਹੈ। ਹੁਣ ਮਾਫ ਕਰਨਾ ਸਾਧ ਸੰਗਤ ਜੀ, ਮਨੁੱਖ ਨੂੰ ਕੀ ਸੰਸਾ ਲੱਗਿਆ, ਕਿਸ ਭਰਮ ਦੇ ਵਿੱਚ ਲੱਗਿਆ। ਪਾਤਸ਼ਾਹ ਕਹਿੰਦੇ ਵੀ ਜਿਹੜਾ ਜਨਮ ਸੀ ਨਾ, ਮਨੁੱਖਾ ਜਨਮ ਪਾਇਆ, ਇਹਦੇ ਵਿੱਚ ਕੀ ਕੀਤਾ? ਮਨੁੱਖ ਪਤਿਤ ਹੋ ਗਿਆ, ਗਿਰਾਵਟ ਵਾਲੇ ਪਾਸੇ, ਨੀਚਤਾ ਵਾਲੇ ਪਾਸੇ ਚਲੇ ਗਿਆ। ਜਿਹਨੂੰ ਪਾਤਸ਼ਾਹ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਵੀ ਜਿਹੜੇ ਕਰਮ ਕਰਦਾ ਨਾ, ਉਹ ਕਰਤੂਤ ਜਿਹੜੀ ਹੈ ਪਸ਼ੂਆਂ ਵਾਲੀ ਹੈ, ਪਰ ਜਨਮ ਤੈਨੂੰ ਮਨੁੱਖਾਂ ਵਾਲਾ ਦਿੱਤਾ। ਮਨੁੱਖ ਬਣ ਕੇ ਮਨੁੱਖਾਂ ਵਾਲੇ ਕੰਮ ਕਰ, ਕਿਉਂ ਨਹੀਂ ਕੰਮ ਕਰਦਾ? ਹੁਣ ਮਾਫ ਕਰਨਾ ਸਾਧ ਸੰਗਤ ਜੀ, ਮਨੁੱਖ ਹੈ ਤੇ ਮਨੁੱਖ ਦਿਖੇਗਾ ਸਾਨੂੰ ਮਨੁੱਖ ਹੀ, ਪਰ ਇਹਦੀ ਬਿਰਤੀ ਜਿਹੜੀ ਹੈ ਨਾ, ਉਹ ਤਬਦੀਲ ਹੋ ਜਾਂਦੀ ਹੈ। ਕਦੇ ਇਹਦੇ ਅੰਦਰ ਕੁੱਤੇ ਦੀ ਬਿਰਤੀ ਆ ਜਾਂਦੀ ਹੈ, ਜਿਹੜੀ ਬਿਰਤੀ ਲੋਭ ਦੀ ਬਿਰਤੀ ਹੈ, ਲੋਭ ਕਰਨ ਲੱਗ ਜਾਂਦਾ ਹੈ। ਕਦੇ ਇਹਦੇ ਅੰਦਰ ਉਹ ਕਾਂ ਦੀ ਬਿਰਤੀ ਆ ਜਾਵੇਗੀ, ਜਿਹੜਾ ਗੰਦ ਦੇ ਵਿੱਚ ਪੱਖ ਅਪੱਖ ਸਭ ਖਾਏ, ਗੰਦਗੀ ਦੇ ਵਿੱਚ ਜਿਹੜਾ ਹੈ ਉਹ ਚੁੰਝਾਂ ਮਾਰਨੀਆਂ ਸ਼ੁਰੂ ਕਰ ਦੇਵੇਗਾ। ਇਹ ਬਿਰਤੀਆਂ ਨੇ ਕਦੇ ਉਹ ਸੂਰ ਦੀ ਬਿਰਤੀ, ਸੂਕਰ ਦੀ, ਸੂਰ ਦੀ ਬਿਰਤੀ ਇਹਦੇ ਅੰਦਰ ਆ ਜਾਵੇਗੀ, ਉਹੋ ਜਿਹੇ ਕਰਮ ਕਰਨੇ ਸ਼ੁਰੂ ਕਰ ਦੇਵੇਗਾ। ਤੇ ਪਾਤਸ਼ਾਹ ਜੀ ਸਾਨੂੰ ਜਾਣੂ ਕਰਾਉਂਦੇ ਨੇ ਵੀ ਕਿਸ ਤਰ੍ਹਾਂ ਦੇ ਨਾਲ ਮਨੁੱਖ ਜਿਹੜਾ ਹੈ ਉਹ ਪਸ਼ੂ ਬਣ ਕੇ ਸੰਸਾਰ ਦੇ ਵਿੱਚ ਵਿਚਰਦਾ ਹੈ, ਉਹ ਗਿਰਾਵਟ ਵਾਲੇ ਪਾਸੇ ਜਾ ਰਿਹਾ ਹੈ। ਜਿਹਨੂੰ ਪਾਤਸ਼ਾਹ ਕਹਿੰਦੇ ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ, पेट परियो पशुआ जो सोयो, मानुख जन्म है हारियो। कहते पशुआ की तरह पेट भर के सो जाना, कोई मनोरथ, कोई जिंदगी का संकल्प तेरे को है ही नहीं जिंदगी जिउण वास्ते। किसी मनोरथ नूं लैके तू संसार दे विच नहीं आया। मनोरथ ते सीगा फिरत फिरत बहुते जग हारियो, मानस दे लही। नानक कहत मिलन की बरिया, सिमरत काह नहीं। भी ये सिमरन कर दी बरिया, तेरी बारी आई है, तू फिर भी सिमरन क्यों नहीं करता? भाई प्राप्त ये तेनों प्राप्त हुई है, मनुखा जन्म तेनों परमात्मा दे नाल गोविंद मिलन की ये तेरी वरिया, ये बारी मिली है। पर पातशाह कहते तू संसियां दे विच पिया होया है, तू मनुख तो जीवां जानवरां वाली जिहड़ी जिंदगी है, पशु बिरती की जिहड़ी जिंदगी है, वो जिउणी शुरू कर दी। पर माफ़ करना साध संगत, जेकर सतगुरु की कृपा हो जाए, उसकी रहमत हो जाए ना, तो साडा पार उतारा हो सकता। पशुआं तो भी असी मनुख बन सकते, असी देवते बन सकते हाँ। जिन्हों पातशाह कहते जिन मानस ते देवते किए करत ना लागी वार। सानू देवते बना दिता, साडा किरदार बड़ा उच्चा कर दिता। गावते उधरे सुनते उधरे, गाउंदियां इस संसार दे विच गाउंदियां भी उधार हो सकता है। सुनते उधरे बिन से पाप कनेरे। पातशाह कहते जिन्हां ने परमात्मा दे इलाही बचनां नूं गाया, उन्हां दा भी उधार हो गया। उधरे सुनते उधरे, जिन्हां ने सुनिया रब्बी बचनां नूं कन्नां नाल सुन लिया, उन्हां दा भी उधार हो गया। बिन से पाप कनेरे, किन्ने कनेरे बहुत जंग ज़्यादा डूंगे गाढ़े, बिन से वो खत्म हो गए।
ਤੇ ਪਾਤਸ਼ਾਹ ਅੱਗੇ ਬਚਨ ਕਰਦੇ, ਕਹਿੰਦੇ ਉਹਦੀ ਕਿਰਪਾ ਹੋਵੇ ਫਿਰ ਪਤਾ ਕੀ ਹੁੰਦਾ ਹੈ, ਪਸ਼ੂ ਪ੍ਰੇਤ ਮੁਗਧ ਪਾਥਰ ਕੋ ਤਾਰੇ। ਕਹਿੰਦੇ ਪਸ਼ੂ ਬਿਰਤੀ ਦੇ ਜਿਹੜੇ ਲੋਕ ਸੀ ਨਾ, ਜਿਹੜੇ ਪਸ਼ੂ ਬਣ ਚੁੱਕੇ ਸੀ, ਪਸ਼ੂ ਪ੍ਰੇਤ, ਪ੍ਰੇਤ ਦਾ ਅਖਰੀ ਅਰਥ ਹੁੰਦਾ ਹੈ ਗੁਜ਼ਰ ਚੁੱਕਿਆ, ਜਿਹੜੇ ਮਨੁੱਖਾ ਜਨਮ ਦੇ ਵਿੱਚੋਂ ਗੁਜ਼ਰ ਚੁੱਕੇ ਨੇ, ਪਾਰ ਲੰਘ ਚੁੱਕੇ ਨੇ ਇਹਦੇ ਵਿੱਚੋਂ। ਵੀ ਕਹਿਣ ਦਾ ਮਤਲਬ ਵੀ ਉਹ ਮਨੁੱਖ ਨਹੀਂ ਰਹੇ, ਉਹ ਗਿਰਾਵਟ ਵਾਲੇ ਪਾਸੇ ਆ ਗਏ, ਗੁਜ਼ਰ ਗਏ, ਇਹਦੇ ਤੋਂ ਵੀ ਨੀਵੇਂ ਹੋ ਗਏ। ਪਸ਼ੂ ਪ੍ਰੇਤ ਮੁਗਧ ਪਾਥਰ ਕੋ ਤਾਰੇ। ਮੁਗਧ ਕਹਿੰਦੇ ਨੇ ਮੂਰਖਾਂ ਨੂੰ, ਪਰਮਾਤਮਾ ਮੂਰਖਾਂ ਨੂੰ ਵੀ ਤਾਰ ਦਿੰਦਾ, ਉਹਨਾਂ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ। ਤੇ ਪੱਥਰ ਦੇ ਲੋਕ, ਹੁਣ ਮਾਫ਼ ਕਰਨਾ ਸਾਧ ਸੰਗਤ ਜੀ, ਇੱਕ ਮਾਂ ਦੇ ਅੰਦਰ ਕਿੰਨੀ ਮਮਤਾ ਹੈ। ਮਾਂ ਆਪਣਾ ਛੱਡੋ, ਆਪਣੇ ਬੱਚੇ ਦਾ ਨਹੀਂ, ਕਿਸੇ ਦੂਸਰੇ ਦੇ ਬੱਚੇ ਦਾ ਵੀ ਦੁੱਖ ਨਹੀਂ ਵੇਖ ਸਕਦੀ। ਪਰਮਾਤਮਾ ਨੇ ਐਡਾ ਅਥਾ ਉਹਦੇ ਅੰਦਰ ਗੁਣ ਪੈਦਾ ਕੀਤਾ ਹੈ ਮਾਂ ਦੇ ਅੰਦਰ। ਪਰ ਸਾਧ ਸੰਗਤ ਜੀ, ਜਦੋਂ ਇਹ ਅਸੀਂ ਖਬਰਾਂ ਸੁਣਦੇ ਹਾਂ, ਅਸੀਂ ਦੇਖਦੇ ਹਾਂ ਮੀਡੀਆ ਦੇ ਉੱਤੇ ਇਹ ਖਬਰਾਂ ਚੱਲਦੀਆਂ ਨੇ ਵੀ ਇੱਕ ਛੋਟਾ ਜਿਹਾ ਨਵ ਜਨਮਿਆ ਬੱਚਾ ਜਿਹੜਾ ਹੈ ਕਿਸੇ ਨਾਲੀ ਦੇ ਵਿੱਚ ਪਿਆ ਸੀ, ਕਿਸੇ ਡਸਟਬਿਨ ਦੇ ਵਿੱਚ ਪਿਆ ਸੀ, ਕਿਸੇ ਡੱਬੇ ਦੇ ਵਿੱਚ ਪਿਆ ਸੀ। ਤੇ ਆਖਰਕਾਰ ਉਹਨਾਂ ਨੂੰ ਆਪਣੇ ਤੋਂ ਦੂਰ ਕਰਨ ਵਾਲੇ ਕੌਣ ਨੇ? ਉਹ ਕਿਹੜੀ ਮਾਂ ਹੋ ਸਕਦੀ ਜਿਹਨੇ ਇੱਦਾਂ ਦਾ ਕਰਮ ਕਮਾਇਆ ਹੋਵੇ? ਉਹ ਪੱਥਰ ਦਿਲ ਹੀ ਹੋ ਸਕਦੇ ਨਾ ਲੋਕ, ਉਹ ਪੱਥਰ ਦਿਲ ਇਨਸਾਨ ਹੀ ਹੋ ਸਕਦੇ ਨੇ ਨਾ। ਇੱਕ ਮਾਂ ਆਪਣੇ ਬੱਚੇ ਦਾ ਕਤਲ ਕਰ ਰਹੀ ਹੈ, ਉਹਨੂੰ ਬੀਆਬਾਨ ਜੰਗਲਾਂ ਦੇ ਵਿੱਚ, ਝਾੜੀਆਂ ਦੇ ਵਿੱਚ ਸਿੱਟ ਦਿੱਤਾ, ਨਾਲੀ ਦੇ ਵਿੱਚ ਸਿੱਟ ਦਿੱਤਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਲੋਕ ਪਸ਼ੂ ਬਿਰਤੀ ਦੇ ਲੋਕ ਨੇ, ਜਿਹੜੇ ਲੋਕਾਂ ਦੇ ਉੱਤੇ ਇੰਨਾ ਅਤਿਆਚਾਰ ਕਰਦੇ ਨੇ। ਜਿਸ ਪਿਤਾ ਨੇ ਛੋਟੇ ਜਿਹੇ ਬੱਚੇ ਨੂੰ ਨਾ ਉਂਗਲ ਫੜ ਕੇ ਉਹਨੂੰ ਕਦਮ ਕਦਮ ਚੱਲਣਾ ਸਿਖਾਇਆ, ਜਿਸ ਮਾਂ ਨੇ ਆਪਣੇ ਗੰਦੇ ਕੱਪੜੇ, ਉਹਦਾ ਤਨ ਗੰਦਾ, ਉਹਨੂੰ ਚੱਕ ਕੇ ਆਪਣੀ ਗਲਵਕੜੀ ਦੇ ਵਿੱਚ ਲੈ ਲਿਆ, ਉਹਨੂੰ ਸਵਾਰ ਕੇ ਸੁੰਦਰ ਬਣਾ ਦਿੱਤਾ, ਜਿਸ ਮਾਂ ਨੇ ਸੁੰਦਰ ਜੀਵਨ ਦਿੱਤਾ। ਤੇ ਸਾਧ ਸੰਗਤ ਜੀ, ਕਿੰਨੇ ਉਹ ਲੋਕ ਤੁਸੀਂ ਦੇਖੇ ਹੋਣਗੇ, ਸੁਣੀਆਂ ਹੋਣਗੀਆਂ ਇੱਦਾਂ ਦੀਆਂ ਖਬਰਾਂ ਵੀ ਬੱਚੇ ਆਪਣੇ ਮਾਤਾ ਪਿਤਾ ਨੂੰ ਕੁੱਟ ਰਹੇ ਨੇ, ਅਤਿਆਚਾਰ ਕਰ ਰਹੇ ਨੇ, ਜ਼ੁਲਮ ਕਰ ਰਹੇ ਨੇ, ਉਹਨਾਂ ਦੇ ਉੱਤੇ ਤਸ਼ੱਦਦ ਕਰ ਰਹੇ ਨੇ, ਉਹਨਾਂ ਨੂੰ ਜ਼ਬਰਦਸਤੀ ਘਰ ਚੋਂ ਕੱਢ ਕੇ ਕਿਸੇ ਬਿਰਧ ਆਸ਼ਰਮ ਦੇ ਵਿੱਚ ਛੱਡਿਆ ਜਾਂਦਾ। ਉਹ ਇੱਦਾਂ ਦੇ ਅਤਿਆਚਾਰੀ ਕੌਣ ਹੋਣਗੇ? ਪਾਤਸ਼ਾਹ ਕਹਿੰਦੇ ਉਹ ਦਰਿੰਦਗੀ ਨਾਲ ਭਰੇ ਉਹ ਲੋਕ, ਉਹ ਇਨਸਾਨ ਨਹੀਂ, ਉਹਨਾਂ ਦੇ ਮਨ ਦੇ ਵਿੱਚ ਰਹਿਮ ਨਹੀਂ, ਉਹਨਾਂ ਦੇ ਵਿੱਚ ਦਇਆ ਨਹੀਂ, ਉਹ ਧਾਰਮਿਕ ਲੋਕ ਨਹੀਂ ਹੋ ਸਕਦੇ। ਪਾਤਸ਼ਾਹ ਕਹਿੰਦੇ ਉਹ ਪਸ਼ੂ ਨੇ ਜਿਹੜੇ ਪੱਥਰ ਦਿਲ ਹੋ ਚੁੱਕੇ ਨੇ। ਪਰ ਜਿਸ ਵੇਲੇ ਗੁਰੂ ਦੀ ਕਿਰਪਾ, ਉਹਦੀ ਰਹਿਮਤ ਹੋ ਜਾਵੇ, ਸਾਧ ਸੰਗਤ ਜੀ, ਪਸ਼ੂ ਬਿਰਤੀ ਦੇ ਉਹ ਲੋਕ, ਪੱਥਰ ਦਿਲ ਲੋਕ ਮੋਮ ਦਿਲ ਬਣ ਜਾਂਦੇ ਨੇ। ਮੇਰਾ ਸਤਿਗੁਰੂ ਉਹਨਾਂ ਨੂੰ ਦੇਵਤੇ ਬਣਾ ਦਿੰਦਾ ਹੈ। ਇਤਿਹਾਸ ਆਪ ਜੀ ਨੇ ਪੜ੍ਹਿਆ ਹੋਵੇਗਾ, ਉਹ ਸੱਜਣ ਠੱਗ ਜਿਹਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਮਿਲੇ, ਉਹ ਧਰਮਸ਼ਾਲਾ ਬਣਾ ਕੇ ਬੈਠਾ ਹੈ। ਉਸ ਧਰਮਸ਼ਾਲਾ ਦੇ ਵਿੱਚ ਆਏ ਗਏ ਮੁਸਾਫਰਾਂ ਨੂੰ ਉਹ ਲੁੱਟਦਾ। ਉਹਦਾ ਆਪਣਾ ਲਿਬਾਸ ਜਿਹੜਾ ਨਾ, ਬੜਾ ਧਾਰਮਿਕ ਬਿਰਤੀ ਦਾ ਲਿਬਾਸ ਪਹਿਰਾਵਾ ਉਹਨੇ ਪਾਇਆ। ਲੋਕ ਆਉਂਦੇ ਨੇ, ਰਾਤ ਕੱਟਦੇ ਨੇ, ਉਹਨਾਂ ਨੂੰ ਉਹ ਕਤਲ ਕਰ ਦਿੰਦਾ, ਉਹਨਾਂ ਦਾ ਸਾਜੋ ਸਮਾਨ ਖੋਹ ਲੈਂਦਾ ਹੈ। ਉਸੇ ਧਰਮਸ਼ਾਲਾ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਚਲੇ ਗਏ, ਰਾਤ ਵਿਸ਼ਰਾਮ ਕਰਨਾ ਹੈ, ਲੰਗਰ ਪ੍ਰਸ਼ਾਦਾ ਛਕਿਆ। ਭਾਈ ਮਰਦਾਨਾ ਕਹਿੰਦਾ, ਸਤਿਗੁਰੂ ਪਾਤਸ਼ਾਹ, ਜਿਹੜਾ ਹਾਲ ਇੱਥੇ ਦੂਜਿਆਂ ਦਾ ਹੁੰਦਾ ਨਾ, ਸਾਡਾ ਵੀ ਇਹੀ ਹੋਣਾ ਹੈ। ਪਰ ਪਾਤਸ਼ਾਹ ਉਹ ਸੋਚਦਾ, ਇਹ ਕਦੋਂ ਸੁਣ ਕੇ ਇਹਨਾਂ ਦਾ ਮੈਂ ਕਤਲ ਕਰਕੇ ਇਹਨਾਂ ਦਾ ਜੋ ਇਹਨਾਂ ਕੋਲ ਦੌਲਤ ਹੋਵੇਗੀ, ਧਨ ਪਦਾਰਥ ਹੋਵੇਗਾ, ਖੋਹ ਲਵਾਂਗਾ। ਉਹ ਸੋਚਦਾ ਕਦੋਂ ਇਹ ਸੌਣਗੇ, ਤਾਕ ਵਿੱਚ ਬੈਠਾ। ਪਰ ਪਾਤਸ਼ਾਹ ਕਹਿੰਦੇ, ਅੱਜ ਅਸੀਂ ਸੌਣਾ ਨਹੀਂ, ਅੱਜ ਸੌਣਾ ਨਹੀਂ। ਅੱਜ ਤੇ ਜਿਹੜੇ ਸੁੱਤੇ ਹੋਏ ਨੇ ਨਾ, ਇਹਨਾਂ ਨੂੰ ਵੀ ਜਗਾ ਦੇਣਾ, ਅੱਜ ਸੌਣਾ ਨਹੀਂ। ਤੇ ਹਾਰ ਕੇ ਜਿਸ ਵੇਲੇ ਉਹਨੇ ਦੇਖਿਆ ਵੀ ਸੌਂਦੇ ਨੇ, ਤੇ ਪਾਤਸ਼ਾਹ ਜੀ ਨੇ ਉਹਦੇ ਨਾਲ ਬਚਨ ਕੀਤੇ, ਉਹਨੂੰ ਸੱਦਿਆ ਵੀ ਤੂੰ ਲੋਕਾਂ ਨਾਲ ਇਸ ਤਰ੍ਹਾਂ ਕਿਉਂ ਕਰਦਾ? ਪਾਤਸ਼ਾਹ ਕਹਿੰਦੇ, ਤੇਰਾ ਨਾਮ ਹੈ ਸੱਜਣ। ਮੈਂ ਸਭ ਤੋਂ ਇੱਕ ਵੱਡੀ ਗੱਲ ਤੋਂ ਹੈਰਾਨ ਇਸ ਕਰਕੇ ਹਾਂ ਵੀ ਤੂੰ ਸੱਜਣ ਬਣ ਕੇ, ਸੱਜਣ ਕਹਿੰਦੇ ਨੇ ਮਿੱਤਰ ਨੂੰ, ਤੂੰ ਮਿੱਤਰ ਬਣ ਕੇ, ਸੱਜਣ ਬਣ ਕੇ ਲੋਕਾਂ ਦੇ ਨਾਲ ਠੱਗੀਆਂ ਮਾਰਦਾ ਹੈ। ਮੇਰੀ ਇੱਕ ਗੱਲ ਪੱਲੇ ਦੇ ਨਾਲ ਬੰਨ, ਤੂੰ ਠੱਗੀਆਂ ਮਾਰਨੀਆਂ ਤੇ ਮਾਰ, ਪਰ ਫਿਰ ਸੱਜਣ ਨਾ ਬਣ। ਆਪਣਾ ਪਹਿਰਾਵਾ ਚੋਰਾਂ ਡਾਕੂਆਂ ਵਾਲਾ ਬਣਾ, ਕਾਤਲਾਂ ਵਾਲਾ ਪਹਿਰਾਵਾ ਪਾ,
ਲੋਕਾਂ ਨੂੰ ਦੱਸ ਮੈਂ ਕਾਤਲ ਹਾਂ, ਮੈਂ ਲੁਟੇਰਾ ਹਾਂ, ਉਹਨਾਂ ਨੂੰ ਦੱਸ ਤੇ ਫਿਰ ਉਹਨਾਂ ਨੂੰ ਲੁੱਟ, ਸੱਚ ਦੱਸ ਕੇ ਲੁੱਟ। ਤੂੰ ਲਿਬਾਸ ਪਾਇਆ ਧਰਮ ਦਾ ਬਣ ਕੇ ਤੂੰ ਸੱਜਣ ਤੇ ਉਹਨਾਂ ਨੂੰ ਤੂੰ ਲੁੱਟਦਾ ਹੈ। ਪਾਤਸ਼ਾਹ ਕਹਿੰਦੇ ਇਹ ਨਹੀਂ, ਇਹ ਕੰਮ ਨਾ ਕਰ। ਜਾਂ ਤੇ ਚੋਰ ਬਣ, ਠੱਗ ਬਣ, ਜਾਂ ਸੱਜਣ ਬਣ, ਇਹਨਾਂ ਦੋਨਾਂ ਵਿੱਚੋਂ ਇੱਕ ਚੁਣਨਾ ਪਵੇਗਾ। ਤੇ ਮੇਰੇ ਪਾਤਸ਼ਾਹ ਫਿਰ ਬਚਨ ਕੀਤਾ, ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ। ਪਾਤਸ਼ਾਹ ਕਹਿੰਦੇ ਜੇ ਸੱਜਣ ਬਣਨਾ ਤੇ ਸੱਜਣ ਉਹ ਹੁੰਦੇ ਨੇ ਜਿਹੜੇ ਚਲਦਿਆਂ ਨਾਲ ਚੱਲਣ, ਜਿਹੜੇ ਨਾਲ ਖੜਦੇ ਨੇ, ਸਾਥ ਖੜਦੇ ਨੇ, ਸੱਚ ਦੇ ਹਾਮੀ ਬਣਦੇ ਨੇ। ਇਸ ਕਰਕੇ ਅੱਜ ਤੋਂ ਬਾਅਦ ਦੇ ਵਿੱਚ ਠੱਗ ਨਹੀਂ ਬਣਨਾ, ਬਣਨਾ ਤੇ ਸੱਜਣ ਬਣਨਾ। ਉਸ ਦਿਨ ਤੋਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨੂੰ ਇੱਕ ਸੱਜਣ ਪੁੱਖ ਬਣਾ ਦਿੱਤਾ, ਅਸਲ ਵਿੱਚ ਇੱਕ ਦੇਵਤਾ ਬਣਾ ਦਿੱਤਾ। ਹੁਣ ਮਾਫ਼ ਕਰਨਾ ਸਾਧ ਸੰਗਤ ਜੀ, ਇੱਦਾਂ ਦੇ ਲੋਕ, ਪਸ਼ੂ ਬਿਰਤੀ ਦੇ ਲੋਕ ਜਿਹੜੇ ਪੱਥਰ ਦਿਲ ਹੋ ਚੁੱਕੇ ਸੀ, ਕਿਸੇ ਦਾ ਕਤਲ ਕਰਨ ਲੱਗਿਆ ਰਤਾ ਜਿੰਨਾ ਨਹੀਂ ਸੀ ਸੋਚਦੇ, ਉਹਨਾਂ ਨੂੰ ਗੁਰੂ ਇੱਦਾਂ ਤਾਰ ਦਿੰਦਾ ਹੈ, ਇੱਦਾਂ ਪਾਰ ਉਤਾਰਾ ਕਰ ਦਿੰਦਾ ਹੈ ਉਹਨਾਂ ਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਪਸ਼ੂ ਪ੍ਰੇਤ ਮੁਗਧ ਪਾਥਰ ਕੋ ਤਾਰੈ, ਪਾਹਨ ਪਾਰ ਉਤਾਰੈ। ਪੱਥਰ ਦਿਲ, ਪਾਹਨ ਪਾਰ ਉਤਾਰੈ, ਵੀ ਪੱਥਰ ਵੀ ਤਰ ਜਾਂਦੇ ਨੇ ਉੱਥੇ, ਉੱਥੇ ਪੱਥਰਾਂ ਦਾ ਵੀ ਪਾਰ ਉਤਾਰਾ ਹੋ ਸਕਦਾ ਹੈ ਜੇਕਰ ਗੁਰੂ ਕਿਰਪਾ ਕਰ ਦੇਵੇ। ਇੱਦਾਂ ਦਾ ਤਾਂ ਇਤਿਹਾਸ ਸਾਧ ਸੰਗਤ ਜੀ ਬੜਾ ਹੈ। ਉਹ ਭੂਮੀਆ ਚੋਰ ਲੁਟੇਰਾ ਸੀ ਜਿਹੜਾ ਕੌਡਾ ਰਾਖਸ਼, ਕੌਡਾ ਭੀਲ, ਜਿਹੜਾ ਉਹ ਰਾਖਸ਼ ਬਿਰਤੀ ਦਾ ਬੰਦਾ ਹੋਵੇਗਾ ਨਾ, ਵੀ ਉਹ ਆਏ ਗਏ ਜਿੰਨੇ ਉੱਥੇ ਲੋਕ ਮਿਲਦੇ ਸੀ ਉਹਨਾਂ ਨੂੰ ਉਹ ਮਾਰ ਕੇ ਕਤਲ ਕਰਕੇ ਕੜਾਹੇ ਵਿੱਚ ਤੇਲ ਦੇ ਭੁੰਨ ਕੇ ਖਾ ਜਾਂਦਾ ਸੀ। ਇਹ ਸਾਧ ਸੰਗਤ ਜੀ ਇਹ ਅਸਲ ਵਿੱਚ ਇੱਕ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਲੋਕ, ਕਬੀਲਿਆਂ ਵਿੱਚ ਰਹਿੰਦੇ ਨਾ, ਉਸ ਇੱਕ ਉਹਨਾਂ ਕਬੀਲਿਆਂ ਦੇ ਵਿੱਚੋਂ ਇੱਕ ਜਾਤੀ ਸੀ। ਉਹਨਾਂ ਨੂੰ ਆਪਣੀ ਭੁੱਖ ਮਿਟਾਉਣੀ, ਉਹਨਾਂ ਨੂੰ ਜਿਹੜਾ ਵੀ ਮਿਲਦਾ ਸੀ ਉਹ ਛਕ ਜਾਂਦੇ ਸੀ। ਇੱਦਾਂ ਦੇ ਬੜੇ ਤੁਹਾਨੂੰ ਮਿਲ ਜਾਣਗੇ ਸੰਸਾਰ ਵਿੱਚ, ਇੱਦਾਂ ਦੇ ਬੜੇ ਕਬੀਲੇ। ਨਾਗਾਲੈਂਡ ਵਾਲੇ ਇਲਾਕੇ ਦੇ ਵਿੱਚ ਉੱਧਰ ਬੜੇ ਕਬੀਲੇ ਨੇ ਇੱਦਾਂ ਦੇ ਜਿਹੜੇ ਇਨਸਾਨਾਂ ਨੂੰ ਮਾਰ ਕੇ ਖਾ ਜਾਂਦੇ ਨੇ। ਪਰ ਪਾਤਸ਼ਾਹ ਜੀ ਨੇ ਉਸ ਕੌਡੇ ਰਾਖਸ਼ ਤੋਂ ਵੀ ਉਹਨੂੰ ਦੇਵਤਾ ਬਣਾ ਦਿੱਤਾ, ਉਹਨੂੰ ਮੁੱਖ ਬਣਾ ਦਿੱਤਾ। ਤੇ ਸਤਿਗੁਰੂ ਪਾਤਸ਼ਾਹ ਫਿਰ ਇੱਥੇ ਸਾਨੂੰ ਸਮਝਾਉਣ ਦਾ ਇਹ ਯਤਨ ਕਰ ਰਹੇ ਨੇ ਵੀ ਕਿਸ ਤਰ੍ਹਾਂ ਦੇ ਨਾਲ ਸਾਡਾ ਸੰਸਾਰ ਜਿਹੜਾ ਹੈ ਉਹ ਖਤਮ ਹੋ ਸਕਦਾ ਹੈ ਤੇ ਜੀਵਨ ਜਿਉਣ ਦੀ ਸਾਨੂੰ ਜੁਗਤ ਮਿਲ ਸਕਦੀ ਹੈ। ਤੇ ਪਾਤਸ਼ਾਹ ਕਹਿੰਦੇ ਜਨਮ ਪਾਏ ਕਛ ਭਲੋ ਨਾ ਕੀਨੋ, ਤਾਂ ਤੇ ਅਧਿਕ ਡਰੋ। ਕਹਿੰਦੇ ਇਹ ਮਨੁੱਖਾ ਜਨਮ ਪ੍ਰਾਪਤ ਕਰਕੇ ਕਛ ਭਲੋ ਨਾ ਕੀਨੋ, ਕੋਈ ਸੰਸਾਰ ਵਿੱਚ ਭਲੇ ਦਾ ਕੰਮ ਨਹੀਂ ਕੀਤਾ। ਤਾਂ ਤੇ ਅਧਿਕ ਡਰੋ, ਇਹ ਗੱਲ ਸੋਚ ਸੋਚ ਕੇ ਨਾ ਦਿਨ ਰਾਤ ਮੈਂ ਬੜਾ ਡਰਦਾ, ਮੇਰਾ ਮਨ ਘਬਰਾਹਟ ਵਿੱਚ ਪਿਆ ਹੋਇਆ ਹੈ ਵੀ ਮੈਂ ਕਦੇ ਕੋਈ ਭਲੇ ਦਾ ਕੰਮ ਨਹੀਂ ਕੀਤਾ, ਕਦੇ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ, ਇਸ ਮੁਖ ਤੋਂ ਕਦੇ ਕੋਈ ਮਿੱਠਾ ਬੋਲ ਨਹੀਂ ਬੋਲਿਆ, ਇਹਨਾਂ ਕੰਨਾਂ ਤੋਂ ਕਦੇ ਸੱਚ ਨਹੀਂ ਸੁਣਿਆ, ਇਹਨਾਂ ਕਦਮਾਂ ਦੇ ਨਾਲ ਕਦੇ ਮੈਂ ਧਰਮ ਦੇ ਰਸਤੇ 'ਤੇ ਚੱਲ ਕੇ ਨਹੀਂ ਚੱਲ ਗਿਆ, ਇਹਨਾਂ ਹੱਥਾਂ ਦੇ ਨਾਲ ਮੈਂ ਕਦੇ ਕਿਸੇ ਦੀ ਸੇਵਾ ਨਹੀਂ ਕੀਤੀ, ਕਿਸੇ ਡਿੱਗੇ ਹੋਏ ਨੂੰ ਸਹਾਰਾ ਨਹੀਂ ਦਿੱਤਾ। ਹੁਣ ਮਾਫ਼ ਕਰਨਾ ਸਾਧ ਸੰਗਤ ਜੀ, ਇੱਕ ਅਟਲ ਸੱਚਾਈ ਹੈ। ਕੋਈ ਗੁਰੂ ਘਰ ਜਾ ਕੇ, ਕਿਸੇ ਧਰਮਸ਼ਾਲਾ ਵਿੱਚ ਜਾ ਕੇ, ਕਿਤੇ ਹੋਰ ਥਾਂ ਦੇ ਉੱਤੇ ਜਾ ਕੇ ਬੇਸ਼ੱਕ ਦੀ ਕੋਈ ਝੂਠੇ ਬਰਤਨ ਜਿੰਨੇ ਮਰਜ਼ੀ ਮਾਂਜੀ ਜਾਵੇ, ਜਿੰਨੇ ਮਰਜ਼ੀ ਝਾੜੂ ਤੇ ਪੋਚੇ ਲਾਈ ਜਾਵੇ, ਜੇਕਰ ਉਹ ਆਪਣੇ ਘਰ ਦੇ ਵਿੱਚ ਆਪਣੇ ਮਾਤਾ ਪਿਤਾ ਨੂੰ ਪਾਣੀ ਨਹੀਂ ਨਾ ਦਿੰਦਾ, ਬਾਹਰ ਛਬੀਲਾਂ ਲਾਉਣ ਦਾ ਕੋਈ ਲਾਭ ਨਹੀਂ। ਆਪਣੇ ਘਰ ਦੇ ਵਿੱਚ ਮਾਤਾ ਪਿਤਾ ਦੇ ਝੂਠੇ ਬਰਤਨ ਨਹੀਂ ਸਾਫ਼ ਕਰਦਾ, ਉਹਨਾਂ ਦੇ ਕੱਪੜੇ ਨਹੀਂ ਧੋਂਦਾ, ਬਾਹਰ ਮਾਂਜੇ ਹੋਏ ਬਰਤਨ ਤੁਹਾਡੇ ਕਿਸੇ ਲੇਖੇ ਦੇ ਵਿੱਚ ਨਹੀਂ। ਉਹ ਸਿਰਫ ਤੇ ਸਿਰਫ ਦਿਖਾਵੇ ਤੋਂ ਇਲਾਵਾ ਕੁਝ ਨਹੀਂ ਹੋ ਸਕਦਾ, ਦਿਖਾਵੇ ਤੋਂ ਵੱਧ ਕੇ ਕੁਝ ਨਹੀਂ ਹੋ ਸਕਦਾ। ਆਪਣੇ ਘਰ ਦੇ ਵਿੱਚ ਰਹਿੰਦੇ ਬਜ਼ੁਰਗਾਂ ਦਾ, ਆਪਣੇ ਆਂਢ ਗੁਆਂਢ ਦੇ ਵਿੱਚ ਰਹਿੰਦਿਆਂ ਸਕੇ ਸੰਬੰਧੀਆਂ ਦਾ, ਜੇਕਰ ਉਹਨਾਂ ਦੇ ਉੱਤੇ, ਉਹਨਾਂ ਦੇ ਤਨ ਦੇ ਉੱਤੇ ਸਾਡੇ ਕੋਲੋਂ ਸੁੰਦਰ ਕੱਪੜੇ ਨਹੀਂ ਨਾ ਦੇ ਹੁੰਦੇ, ਅਸੀਂ ਉਹਨਾਂ ਨੂੰ ਕਦੇ ਸੁੰਦਰ ਕੱਪੜੇ ਭੇਟ ਨਹੀਂ ਕੀਤੇ, ਉਹਨਾਂ ਦੇ ਪਾਟੇ ਕੱਪੜੇ ਸਾਡੇ ਕੋਲ ਦੇਖੇ ਨਹੀਂ ਜਾਂਦੇ, ਕਦੇ ਉਹਨਾਂ ਨੂੰ ਸੁੰਦਰ ਲਿਬਾਸ ਨਹੀਂ ਪਵਾਇਆ, ਸੱਚ ਜਾਣਨਾ ਸਾਧ ਸੰਗਤ ਜੀ, ਗੁਰੂ ਘਰਾਂ ਦੇ ਵਿੱਚ ਰੁਮਾਲੇ ਚੜਾਉਣ ਦਾ ਵੀ ਕੋਈ ਲਾਭ ਨਹੀਂ। ਇਹ ਇੱਕ ਕੌੜਾ ਸੱਚ ਹੈ, ਇਹਨੂੰ ਸਾਨੂੰ ਮੰਨ ਲੈਣਾ ਚਾਹੀਦਾ, ਸਵੀਕਾਰ ਕਰ ਲੈਣਾ ਚਾਹੀਦਾ ਹੈ
ਪਾਤਸ਼ਾਹ ਕਹਿੰਦੇ ਜੇਕਰ ਧਰਮ ਦੇ ਮਾਰਗ ਦੇ ਉੱਤੇ ਤੁਰਨਾ, ਕੋਈ ਸੇਵਾ ਕਰਨੀ ਨਾ, ਸਭ ਤੋਂ ਪਹਿਲਾਂ ਉਹਦੀ ਆਰੰਭਤਾ ਆਪਣੇ ਆਪ ਤੋਂ ਕਰ, ਆਪਣੇ ਘਰ ਤੋਂ ਕਰ, ਆਪਣੇ ਮਾਤਾ ਪਿਤਾ ਤੋਂ ਆਰੰਭਤਾ ਕਰ। ਅੱਜ ਦੇ ਸਮੇਂ ਵਿੱਚ ਸਾਡੇ ਬਜ਼ੁਰਗ ਰੁਲ ਰਹੇ ਨੇ, ਸਾਡੀ ਕੌਮ ਦੇ ਵਿੱਚ ਬਜ਼ੁਰਗ ਰੁਲ ਰਹੇ ਨੇ, ਜਿਨ੍ਹਾਂ ਨੂੰ ਕੋਈ ਸਾਂਭ ਸੰਭਾਲ ਕਰਨ ਵਾਲਾ, ਕੋਈ ਦੇਖਣ ਵਾਲਾ ਨਹੀਂ। ਅਸੀਂ ਬਾਹਰੀ ਤੌਰ ਦੇ ਉੱਤੇ ਦਿਖਾਵੇ ਦੇ ਲੰਗਰ ਤੇ ਬੜੇ ਲਾ ਦਿੱਤੇ, ਪਰ ਅਸਲ ਸੱਚ ਇਹ ਹੈ ਜਿਹਦੇ ਨਾਲ ਸਾਨੂੰ ਜੁੜਨਾ ਪਵੇਗਾ। ਇਹਦੀ ਸ਼ੁਰੂਆਤ ਸਾਨੂੰ ਆਪਣੇ ਘਰ ਤੋਂ ਕਰਨੀ ਪਵੇਗੀ। ਤੇ ਪਾਤਸ਼ਾਹ ਕਹਿੰਦੇ ਉਹ ਦਿਨ ਰਾਤ ਉਹ ਜਿਹੜਾ ਹੈ ਮੈਨੂੰ ਡਰਾਉਂਦਾ ਹੈ ਵੀ ਮੈਂ ਕਦੇ ਕਿਸੇ ਦਾ ਭਲਾ ਨਹੀਂ ਕੀਤਾ, ਇਸ ਕਰਕੇ ਮੈਂ ਡਰਿਆ ਪਿਆ। ਹੁਣ ਸਾਧ ਸੰਗਤ ਜੀ, ਇੱਕ ਗੱਲ ਹੈ ਮਨ, ਇੱਕ ਬਚਨ, ਇੱਕ ਆਪਣੇ ਮਨ ਦੇ ਵਿੱਚ ਗੱਲ ਧਾਰਨ ਕਰਨਾ, ਸੰਕਲਪ ਇੱਕ ਬਚਨਾਂ ਰਾਹੀਂ ਉਹਨੂੰ ਬੋਲ ਕੇ ਪੂਰਾ ਕਰਨਾ, ਤੇ ਇੱਕ ਹੱਥਾਂ ਦੇ ਨਾਲ ਉਹਨੂੰ ਫਿਜ਼ੀਕਲੀ ਤੌਰ ਦੇ ਉੱਤੇ ਉਹਨੂੰ ਅੰਜਾਮ ਦੇਣਾ। ਇਹ ਤਿੰਨ ਚੀਜ਼ਾਂ ਨੇ। ਅਰਦਾਸ ਵਿੱਚ ਵੀ ਅਸੀਂ ਬੋਲਦੇ ਨਾ, ਬੋਲੋ ਜੀ ਵਾਹਿਗੁਰੂ 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 3 ਵਾਰੀ, ਵੀ ਮਨ ਬਚਨ ਤੇ ਕਰਮਾਂ ਕਰਕੇ ਸਾਡੀ ਹਾਜ਼ਰੀ ਲੱਗੇ। ਤੇ ਇੱਥੇ ਪਾਤਸ਼ਾਹ ਕਹਿੰਦੇ ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਯਹ ਹੈ ਜੀ ਸੋਚ ਤਰੋਂ। ਮੈਂ ਆਪਣੇ ਜੀ ਦੇ ਵਿੱਚ, ਆਪਣੇ ਮਨ ਦੇ ਵਿੱਚ ਇਹੀਓ ਗੱਲ ਸੋਚੀ ਜਾਂਦਾ ਵਾਰ-ਵਾਰ, ਇਹ ਗੱਲਾਂ ਮੈਨੂੰ ਡਰਾ ਰਹੀਆਂ ਨੇ। ਕਦੇ ਮਨ ਬਚਨ ਤੇ ਕਰਮਾਂ ਕਰਕੇ ਮੈਂ ਕਦੇ ਕੋਈ ਚੰਗਾ ਕਾਰਜ ਨਹੀਂ ਕੀਤਾ, ਕਦੇ ਪਰਮਾਤਮਾ ਦੇ ਗੁਣ ਨਹੀਂ ਗਾਏ। ਮਨ ਬਚਨ ਤੇ ਕਰਮਾਂ ਕਰਕੇ, ਇਹ 3 ਜ਼ਿੰਦਗੀ ਦੇ ਪਹਿਲੂ ਨੇ, ਸਾਡੇ ਅੰਗ ਨੇ। ਇਹਨਾਂ ਤਿੰਨਾਂ ਦੀ ਹਾਜ਼ਰੀ ਲੱਗਣੀ ਚਾਹੀਦੀ ਹੈ। ਅਸੀਂ ਗੁਰੂ ਘਰ ਆਏ, ਪਹਿਲਾਂ ਸਾਡਾ ਮਨ ਸਾਨੂੰ ਲੈ ਕੇ ਆਇਆ, ਫਿਰ ਸਾਡਾ ਸਰੀਰ ਜਿਹਨੂੰ ਬਚਨਾ ਕਰਕੇ ਅਸੀਂ ਕਮਾਂਗੇ, ਤੇ ਤੀਸਰਾ ਇਹਨੂੰ ਜਿਹੜਾ ਹੈ ਕਰਮਾਂ ਕਰਕੇ ਮੰਨਿਆ ਜਾਵੇਗਾ। ਮਨ ਬਚਨ ਤੇ ਕਰਮ। ਤੇ ਇਹਨੂੰ ਸਤਿਗੁਰੂ ਪਾਤਸ਼ਾਹ ਸਮਝਾਉਣ ਦਾ ਫਿਰ ਇਸ ਤਰ੍ਹਾਂ ਯਤਨ ਕਰਦੇ ਵੀ ਮਨ ਬਚਨ ਤੇ ਕਰਮਾਂ ਕਰਕੇ ਕਦੇ ਪਰਮਾਤਮਾ ਦੇ ਗੁਣ ਨਹੀਂ ਗਾਏ। ਤੇ ਪਾਤਸ਼ਾਹ ਕਹਿੰਦੇ ਕੀ ਕਰਦਾ ਰਿਹਾ? ਮਨਸਾ ਬਾਚਾ ਕਰਮਨਾ ਮੈਂ ਦੇਖੇ ਦੋਜਕ ਜਾਤ। ਕਹਿੰਦੇ ਲੋਕ ਮਨ ਬਚਨ ਤੇ ਕਰਮਾਂ ਕਰਕੇ ਚੰਗੇ ਕਰਮ ਨਹੀਂ ਕਰਦੇ, ਪਾਪ ਕਮਾਉਂਦੇ ਰਹੇ, ਉਹ ਲੋਕ ਦੋਜਕ ਦੀ ਅੱਗ ਦੇ ਵਿੱਚ, ਨਰਕਾਂ ਵਿੱਚ ਸੜਦੇ ਹੋਏ ਦੇਖੇ ਗਏ। ਉਹ ਸੜਦੇ ਹੋਏ ਦੇਖੇ ਗਏ। ਤੇ ਪਾਤਸ਼ਾਹ ਕਹਿੰਦੇ ਇਹ ਤੋਂ ਛੁਟਕਾਰਾ ਕਿੱਦਾਂ ਮਿਲ ਸਕਦਾ ਹੈ? ਗੁਰਮਤ ਸੁਨ ਕੁਛ ਗਿਆਨ ਉਪਜਿਓ, ਪਸ ਜੋ ਉਦਰ ਭਰਿਓ। ਕਹਿੰਦੇ ਗੁਰੂ ਦਾ ਉਪਦੇਸ਼ ਗੁਰਮਤ ਸੁਣ ਕੇ ਨਾ ਕਦੇ ਮਨ ਦੇ ਵਿੱਚ ਗਿਆਨ ਪੈਦਾ ਨਹੀਂ ਹੋਇਆ, ਕਦੇ ਸੋਝੀ ਨਹੀਂ ਆਈ, ਕਦੇ ਅਕਲ ਦੀ ਗੱਲ ਨਹੀਂ ਕਦੇ ਆਈ। ਪਸ ਜੋ ਉਧਰ ਭਰਿਓ, ਸਿਰਫ ਤੇ ਸਿਰਫ ਜਾਨਵਰਾਂ ਦੀ ਤਰ੍ਹਾਂ ਆਪਣਾ ਪੇਟ ਹੀ ਭਰਦਾ ਰਿਹਾ। ਹੁਣ ਮਾਫ ਕਰਨਾ ਸਾਧ ਸੰਗਤ ਜੀ, ਦੇਖੋ ਕਿਸੇ ਲਾਇਬ੍ਰੇਰੀ ਦੇ ਵਿੱਚ ਨਾ ਇੱਕ ਚੂਹਾ ਵੜ ਗਿਆ, ਬੜੇ ਬੇਸ਼ਕੀਮਤੀ ਗ੍ਰੰਥ ਉਸ ਲਾਇਬ੍ਰੇਰੀ ਦੇ ਵਿੱਚ ਪਏ ਸੀ। ਇੱਕ ਮਨੁੱਖ ਉਸ ਲਾਇਬ੍ਰੇਰੀ ਵਿੱਚ ਹੋਰ ਸੀ ਜਿਹੜਾ ਸਟੱਡੀ ਕਰ ਰਿਹਾ ਸੀ ਕੋਈ ਪੜ੍ਹਾਈ ਵਾਸਤੇ। ਉਹਨੇ ਕੀ ਕੀਤਾ, ਸਾਰੀ ਰਾਤ ਵਿੱਚ ਉਹਨੇ ਕਈ ਕਿਤਾਬਾਂ ਦੀ, ਕਈ ਗ੍ਰੰਥਾਂ ਦੀ ਉਹਨੇ ਸਟੱਡੀ ਕੀਤੀ ਤੇ ਕਾਫੀ ਕੁਝ ਉਹਨੇ ਹਾਸਲ ਕੀਤਾ। ਤੇ ਉਸੇ ਰਾਤ ਦੇ ਵਿੱਚ ਇੱਕ ਚੂਹਾ ਜਿਹੜਾ ਲਾਇਬ੍ਰੇਰੀ ਵਿੱਚ ਵੜ ਗਿਆ, ਉਹਨੇ ਕਈ ਗ੍ਰੰਥ ਜਿਹੜੇ ਨਾ ਕੁਤਰ ਕੇ ਰੱਖ ਦਿੱਤੇ। ਉਹਨੇ ਕਈ ਗ੍ਰੰਥ ਕੁਤਰ ਕੇ ਰੱਖ ਦਿੱਤੇ, ਕੱਟ ਕੇ ਉਹਨਾਂ ਦਾ ਚੂਰਾ ਬਣਾ ਕੇ ਰੱਖ ਦਿੱਤਾ। ਤੇ ਪਾਤਸ਼ਾਹ ਕਹਿੰਦੇ जैसे कागद के पार मूसा टूक गवावत काम नहीं गवारी। जिस तरह के नाल दो जणियां नूं समा मिलिया बराबर, एक लाइब्रेरी दे विचों एक चूहे ने की कीता, सारी रात एक ग्रंथ नूं टुक टुक के उहदा चूरा करके समा भी बर्बाद किया ते ग्रंथ भी बर्बाद कर दिता। पर एक ज्ञानवान मनुख ने उस लाइब्रेरी विचों रात का समा बतीत करके उहदे विचों बड़ा ज्ञान, बड़ा इल्म हासिल कर लिया। पातशाह कहते किते साडी जिंदगी उस चूहे वर्गी तां नहीं, असी दिन रात समा बर्बाद करी जाने पर हासिल सानू कुछ भी नहीं होता। असी बर्बाद ही करी जा रहे हैं, समा दिन दिन करके निकलता जा रहा। मैं बड़ी बार साध संगत जी बेनती की, एक माँ ना अपने बच्चे के जन्म से बड़ी खुश होंदी है। असी भी जन्मदिन जिस वेले मनाने ना बड़े खुश होंगे हैं, तो पुछदे किन्ने साल का हो गया। पर साध संगत जी असल दे विच की है, हर एक चीज़ घट रही है। इत्थे
पेड़ जिहड़ा है, जिहड़ा पेड़ धरती तो उग्या ना, वो हौली हौली घट रहा, जिन्ना जिन्ना लंबा हुंदा जा रहा वो घट रहा, जिद्दां जिद्दां फैल रहा वो घट रहा। साडी उम्र जिद्दां जिद्दां करके दिन दिन करके दिन सरात जिद्दां ये बतीत हो रही, ये घटती जा रही है, ये वध नहीं रही, ये घट रहा सारा कुछ। मनुख जन्म तो जवानी, जवानी तो बुढ़ापे के वल एक घटता जा रहा है, इत्थे वध कुछ भी नहीं रहा। चांद सूरज धरती आकाश कुछ भी देख लो, हर एक चीज़ घट रही है, कुछ वध नहीं रहा। तो सानू ये बाबत सोचना पवेगा। उस चूहे की तरह समा बर्बाद ना करिए अपना कीमती इस समय नू, उस सूझबान मनुख की तरह एक लाइब्रेरी के विचों, संसार रूपी लाइब्रेरी के विचों, इस धार्मिक ग्रंथ के विचों कुछ हासिल कर लईए, कुछ ज्ञान हासिल कर लईए जिहड़ा साडे काम आएगा। तो पातशाह कहंदे अखीरी बचन, कहो नानक प्रभ बिरद पछानो, तब हों पतित तरों। कहो नानक, नानक तू कह आख, प्रभ बिरद पछानो, मेरे उस सतगुर पातशाह का यह बिरद है, उदा मुढ़ कदीमा तो यह सुभाव है भी वो हर किसी का पार उतारा कर दिंदा है, पशुओं को भी उतार लैंदा है। भी सतगुर पातशाह तुहाडा ये बिरद है, तुहाडा ये प्यारा सुभाव है, तुसी कृपा करो तब हों पतित तरों। जेकर तुसी रहमत करोगे ना सतगुरु पातशाह जी, तो मैं पतित, मैं विकारां दे नाल भरिया होया, मैं मैला होया तर सकदा इस संसार में, जेकर तुसी रहमत ते तुसी कृपा कर दो। जिथे बाबा नामदेव, भगत नामदेव साहब कहंदे तू कुन रे, परमात्मा पुछदा है तू कुन रे, कहंदे मैं जी नामा हो जी आला ते निवारणा जम कारणा। सतगुर पातशाह जी, हे अकाल पुरख महाराज, मैं नामदेव तुहाडा सेवक हाँ, आला ते निवारणा, इस संसार रूपी जिहड़ा विकारा रूपी संसार है ना आला, ये तो निवारण, ये तो मेरा पार उतारा कर दो, मैनू बचा लो। आला ते निवारणा, मेरा पार उतारा करो। हम अवगुण भरे एक गुण नाही, अमृत छाड़ बिखे बिखाही। माया मोह भरम पै पूले, सुत दारा सुप्रीत लगाई। एक उत्तम पंथ सुनियो गुर संगत, तेह मिलंत जमत।